तेरे कवण कवण गुण कह के गावा। ओ साहिब गुणी निधाना। तुमरी महिमा भर न सको। तू ठाकुर ऊच भगवाना। जेवा एक कवण गुण कहिया। बेसुमार बेअंत सुवामी। तेरो अंत न किन्ही लहिया। ज्ञान ध्यान किछ कर्म न जाना। सार न जाना तेरी। सब ते वड्डा सतगुरु नानक। जिन कल राखी मेरी। सब ते वड्डा सतगुरु नानक। जिन कल राखी मेरी। जुगो जुग टल वालिए दो जहान जगत गुरु। दसां पातशाहियां की आत्मक जोत स्वरूप। गुरता गद्दी ते विराजमान ताना ताना आदि श्री गुरु ग्रंथ साहिब जी महाराज जी की निगी गोद अंदर जुड़ बैठी। गुरु रूप गुरु सवारी गुरु प्यारी साध संगत जीओ करो रसनानु पवित्र गज बज के फतेह प्रवान करो जी आखो वाहिगुरु जी का खालसा वाहिगुरु जी की फतेह। आओ करो मन बीत्या एकागर। तां जो गुरबाणी दी सोची आवे। भजन बंदगी दी सोची आवे। सो आओ कल दी रहिंदी विचार दी सांझ पाइए। चल रही लड़ीवार गुरबाणी दी कथा व्याख्या श्रवण करिए जी। महला चौथा। हर भगता हर आराध्या। हर की वड्याई। परमेश्वर दे सेवकां ने परमेश्वर दे नाम नूं दिल दी भावना नाल आराधना कीता है। ਉਹ ਜਾਣਦੇ ਹਨ कि सब परमेश्वर दी ही उस्तत है। हर कीर्तन भगत नित गावंदे। हर नाम सुखदाई। सेवक जन निता प्रति ही परमेश्वर दे जस नूं गाउंदे हन क्योंकि उन्हां ने परमेश्वर दे नाम नूं सुखां नूं देण वाला जान लिया है। हर भगतां नूं नित नावै दी। वड्याई बख्शियन नित चढ़ै सवाई। करतार ने अपने सेवक जना नूं निता प्रति नाम दी ही वड्याई महिमा उचता बख्शना कीती है। जो निता प्रति ही अधिक भाव दूनी चौगनी होके चढ़दी है। हर भगतां नूं तिर घर वाह घरी बहालियन। अपनी पैज रखाई। हरि ने अपने सेवकां नूं साध संगत रूपी घर विच स्वरूप रूपी घर विच इस्तित करके बहालियन बिठाउणा कीता है। अपने भगतां दी आप ही प्रतिष्ठा इज्जत रखना कीती है। जिहड़ी भगतां दी प्रतिष्ठा प्रतिज्ञा रखी हुई है ये हरि दी अपनी ही पैज रखी हुई है। नित का पासों हर लेखा मंगसी। बहु देह सजाई। निंदिया करन वालियां दे कोलों हरि हिसाब किताब मंगदा है। अते उन्हां ताईं बहुत भारियां सजावां दिंदा है। जे हां निंदका पणै जीअ कमावंदे ते हो फल पाई। निंदिया करन वाले अपने दिल विच जिहो जिहा कर्म कमाउंदे हन ओहो जिहा ही फल लाभ कर्म दा नतीजा पाउंदे हन। अंदर कमाना सर पर उकड़ै
ਭਾਵੈ ਕੋਈ ਬੈ ਧਰਤੀ ਵਿੱਚ ਕਮਾਈ। ਜਿਹੜਾ ਅੰਦਰ ਬੈਠ ਕੇ ਭਾਵ ਲੁਕੇ ਕੋਈ ਕਰਮ ਕਮਾਇਆ ਹੈ ਉਹ ਜ਼ਰੂਰ ਬਰ ਜ਼ਰੂਰ ਪ੍ਰਗਟ ਹੋ ਆਉਂਦਾ ਹੈ। ਭਾਵੇਂ ਕੋਈ ਜ਼ਮੀਨ ਦੇ ਵਿੱਚ ਬੈਠ ਕੇ ਲੁਕ ਕੇ ਕਮਾਉਣਾ ਕਰੇ। ਜਨ ਨਾਨਕ ਦੇਖ ਵਿਗਸਿਆ ਹਰ ਕੀ ਵਡਿਆਈ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਅਸੀਂ ਵੇਖ ਕਰਕੇ ਪ੍ਰਸੰਨ ਹੋ ਗਏ ਹਾਂ। ਹਰੀ ਦੀ ਐਸੀ ਵਡਿਆਈ ਮਹਿਮਾ ਹੈ। ਪਰਮੇਸ਼ਰ ਦੀ ਮਹਿਮਾ ਉਚਤਾ ਨੂੰ ਵੇਖ ਕਰਕੇ ਭਗਤ ਸੰਤ ਜਨਾਂ ਦਾ ਹਿਰਦਾ ਅਤਿਅੰਤ ਪ੍ਰਸੰਨ ਰਹਿੰਦਾ ਹੈ। ਪੌੜੀ ਮਹੱਲਾ ਪੰਜਵਾ। ਭਗਤ ਜਨਾਂ ਕਾ ਰਾਖਾ ਹਰ ਆਪ ਹੈ, ਕਿਆ ਪਾਪੀ ਕਰੀਐ। हे ਭਾਈ, ਸੇਵਕ ਜਨਾਂ ਦਾ ਰੱਖਿਆ ਕਰਨ ਵਾਲਾ ਹਰੀ ਆਪ ਹੀ ਹੈ। ਇਸ ਕਰਕੇ ਸੇਵਕ ਜਨਾਂ ਦਾ ਖੋਟਾ ਪੁਰਸ਼ ਕੀ ਕਰ ਸਕਦਾ ਹੈ, ਭਾਵ ਕੀ ਵਿਗਾੜ ਸਕਦਾ ਹੈ। ਗੁਮਾਨ ਕਰੈ ਮੂੜ ਗੁਮਾਨੀਆਂ, ਬਿਸ ਖਾਦੀ ਮਰੀਐ। ਮੂਰਖ ਹੰਕਾਰੀ ਪੁਰਸ਼ ਐਵੇਂ ਵਿਅਰਥ ਹੀ ਹੰਕਾਰ ਕਰਦੇ ਰਹਿੰਦੇ ਹਨ। ਅੰਤ ਨੂੰ ਵਿਸ਼ਿਆਂ ਰੂਪੀ ਨਿੰਦਿਆ ਰੂਪੀ ਜ਼ਹਿਰ ਨੂੰ ਖਾ ਕੇ ਮਰਦੇ ਹਨ। ਫਿਰ ਐਸੇ ਪੁਰਸ਼ ਸੇਵਕਾਂ ਦਾ ਕੁਝ ਵੀ ਵਿਗਾੜ ਨਹੀਂ ਸਕਦੇ। ਖੋਟੇ ਪੁਰਸ਼ ਆਏ ਲਗੇ ਨੀ ਦੇ ਥੋੜੜੇ, ਜੋ ਪੱਕਾ ਕੀ ਤੁਲਣੀਆਂ। ਉਹਨਾਂ ਤੇ ਜ਼ਿੰਦਗੀ ਮੌਤ ਦੇ ਥੋੜੇ ਦਿਨ ਆ ਕੇ ਲੱਗੇ ਹਨ। ਭਾਵ ਮੌਤ ਦੇ ਥੋੜੇ ਹੀ ਦਿਨ ਰਹਿੰਦੇ ਹਨ। ਜਿਸ ਪ੍ਰਕਾਰ ਫਸਲ ਦਾ ਪੱਕਾ ਖੇਤ ਕੱਟ ਲਿਆ ਜਾਂਦਾ ਹੈ, ਇਉਂ ਉਹਨਾਂ ਨੂੰ ਪਾਪਾਂ ਕਰਕੇ ਪੱਕੇ ਹੋਇਆਂ ਨੂੰ ਵੱਢਿਆ ਹੀ ਜਾਣਾ ਹੈ। ਜੇ ਕਰਮ ਕਮਾਵਦੇ ਤੇ ਵੇ ਪਣੀਐ। ਇਹ ਜੀਵ ਜਿਹੋ ਜਿਹੇ ਕਰਮਾਂ ਨੂੰ ਕਮਾਉਂਦੇ ਹਨ, ਇਹੋ ਜਿਹੀ ਕਥਨ ਕੀਤੇ ਜਾਂਦੇ ਹਨ। ਭਾਵ ਜੇ ਬੰਦਗੀ ਕਰਦੇ ਹਨ ਤਾਂ ਪਰਮੇਸ਼ਰ ਦੇ ਪਿਆਰੇ ਭਗਤ ਆਖੇ ਜਾਂਦੇ ਹਨ। ਜੇ ਨਿੰਦਿਆ ਕਰਨ ਵਾਲੇ ਹਨ ਤਾਂ ਨਿੰਦਕ ਨੀਚ ਪੁਰਸ਼ ਕਹੇ ਜਾਂਦੇ ਹਨ। ਜਨ ਨਾਨਕ ਕਾ ਕਸ਼ਮ ਵੱਡਾ ਹੈ, ਸਭਨਾ ਦਾ ਤਣੀਐ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਸਾਡੇ ਜਨਾਂ ਦਾ ਮਾਲਕ ਬਹੁਤ ਵੱਡਾ ਹੈ ਅਤੇ ਸਾਰਿਆਂ ਦਾ ਹੀ ਸੁਆਮੀ ਹੈ। ਸਲੋਕ ਮਹੱਲਾ ਚੌਥਾ। ਮਨ ਮੁਖ ਮੂਲੋ ਭੁੱਲਿਆ, ਵਿੱਚ ਲੱਭ ਲੋਭ ਅਹੰਕਾਰ। ਮਨ ਦੀ ਮਰਜ਼ੀ ਕਰਨ ਵਾਲੇ ਸਾਖਤ ਪੁਰਸ਼ ਪਰਮੇਸ਼ਰ ਨੂੰ ਮੁੱਢ ਤੋਂ ਆਪਣੇ ਮੁੱਢ ਨੂੰ ਭੁੱਲੇ ਹੋਏ ਹਨ ਅਤੇ ਪਦਾਰਥਾਂ ਦੇ ਖਾਣ ਦਾ ਲਾਲਚ, ਪਦਾਰਥਾਂ ਨੂੰ ਜੋੜਨ ਦਾ ਲੋਭ ਅਤੇ ਆਪਣੇ ਗੁਣਾਂ ਦਾ ਅਪਮਾਨ ਕਰਦੇ ਹਨ। ਝਗੜਾ ਕਰਦਿਆਂ ਦਿਨ ਗੁਜ਼ਰੈ, ਸ਼ਬਦ ਨਾ ਕਰੇ ਵਿਚਾਰ। ਉਹਨਾਂ ਦਾ ਰਾਤ ਦਿਨ ਨਿਕੰਮੇ ਹੁਜਤਬਾਜੀ ਕਰਦੇ ਹੋਇਆਂ ਹੀ ਗੁਜ਼ਰ ਜਾਂਦਾ ਹੈ, ਬਤੀਤ ਹੁੰਦਾ ਹੈ, ਤੇ ਸਤਿਗੁਰਾਂ ਦੇ ਉਪਦੇਸ਼ ਦਾ ਨਿਰਣਾ ਨਹੀਂ ਕਰ ਸਕਦੇ। ਸੁਧ ਮਤ ਕਰਤੈ ਸਭ ਹਿਰ ਲਈ, ਬੋਲਣ ਸਭ ਵਿਕਾਰ। ਉਹਨਾਂ ਦੀ ਚੰਗੀ ਬੁੱਧੀ ਸਾਰੀ ਹੀ ਕਰਤਾ ਪੁਰਖ ਨੇ ਖੋਹ ਲੈਣਾ ਕੀਤੀ ਹੈ। ਉਹ ਸਾਰੀਆਂ ਵਿਕਾਰਾਂ ਦੀਆਂ ਖੋਟੀਆਂ ਗੱਲਾਂ ਹੀ ਬੋਲਦੇ ਹਨ। ਦਿੱਤਾ ਕਿਤੇ ਨਾ ਸੰਤੋਖੀਐ, ਅੰਤਰ ਤਿਸ਼ਨਾ ਬਹੁ ਅਗਿਆਨ ਅੰਧਿਆਰ। ਪਰਮੇਸ਼ਰ ਨੇ ਜਿਨ੍ਹਾਂ ਨੂੰ ਕਿਤਨੇ ਮਰਜ਼ੀ ਪਦਾਰਥ ਦਿੱਤੇ ਹੋਏ ਹਨ, ਪਰ ਉਹਨਾਂ ਨੂੰ ਉੱਕਾ ਹੀ ਸੰਤੋਖ ਨਹੀਂ ਹੈ, ਕਿਉਂਕਿ ਇਹਨਾਂ ਦੇ ਅੰਦਰ ਰਸਾਂ ਕਸਾਂ ਦੀ ਬਹੁਤ ਸਾਰੀ ਪਿਆਸਾ ਹੈ ਅਤੇ ਬਹੁਤ ਸਾਰਾ ਅਵਿਵੇਕ ਦਾ ਅੰਧੇਰਾ ਪਿਆ ਹੋਇਆ ਹੈ। ਸੰਤੋਖ ਤੇ ਸਬਰ ਤੋਂ ਬਿਨਾਂ ਇਨਸਾਨ ਦੀ ਜ਼ਿੰਦਗੀ ਬਦਲ ਨਹੀਂ ਸਕਦੀ। ਜਿਸ ਦੇ ਅੰਦਰ ਸੰਤੋਖ ਨਹੀਂ, ਸਬਰ ਨਹੀਂ, ਫਿਰ ਉਹ ਪਰਮਾਤਮਾ ਨੂੰ ਨਹੀਂ ਪਾ ਸਕਦਾ। ਸਾਰਾ ਦਿਨ ਮੇਰੀ ਇਹ ਵੀ ਇਧਰੋਂ ਵੀ ਇਕੱਠੀ ਕਰ ਲਵਾਂ, ਕਦੇ ਢਿੱਡ ਭਰਿਆ ਹੀ ਨਹੀਂ, ਕਦੇ ਨਹੀਂ ਭਰਿਆ।
ਮਾਇਆ ਦੇ ਪਿੱਛੇ ਤਾਂ ਇਨਸਾਨ ਇੰਨਾ ਪਾਗਲ ਹੈ ਜੀ, ਇੰਨਾ ਪਾਗਲ ਪਰਮਾਤਮਾ ਦੇ ਨਾਮ ਦੇ ਪਿੱਛੇ ਹੋਵੇ ਤਾਂ ਪਰਮਾਤਮਾ ਨੂੰ ਪਾ ਸਕਦਾ, ਪਰ ਉਲਟੇ ਪਾਸੇ ਜਾਣਾ, ਸਿੱਧੇ ਪਾਸੇ ਨਹੀਂ ਜਾਣਾ। ਅਵਿਵੇਕ ਦਾ ਅੰਧੇਰਾ ਪਿਆ ਹੋਇਆ ਹੈ। ਅਗਿਆਨੀ ਅੰਧੇ ਮਨਮੁਖਾਂ ਦੇ ਅੰਦਰ ਪਦਾਰਥਾਂ ਨੂੰ ਇਕੱਠੇ ਕਰਨ ਦੀ ਬਹੁਤ ਤ੍ਰਿਸ਼ਨਾ ਪਿਆਸਾ ਹੈ। ਮਨਮੁਖ ਇਨਸਾਨਾਂ ਨੂੰ ਹਰ ਵੇਲੇ ਪਦਾਰਥਾਂ ਦੇ ਪਿੱਛੇ ਦੌੜੀ ਜਾਣਾ, ਇਧਰੋਂ ਵੀ ਇਕੱਠੀ ਕਰ ਲਵਾਂ, ਇਧਰੋਂ ਵੀ ਇਕੱਠੇ ਕਰ ਲਵਾਂ, ਇਹ ਵੀ ਲੈ ਲਵਾਂ, ਵਾਹ ਵੀ ਲੈ ਲਵਾਂ। ਪਰ ਤ੍ਰਿਸ਼ਨਾ ਬਿਰਲੇ ਕੀ ਬੂਝੀ ਹੈ, ਤ੍ਰਿਸ਼ਨਾ ਬਿਰਲੇ ਦੀ ਬੁਝਦੀ ਹੈ। ਹਰ ਕੋਈ ਤ੍ਰਿਸ਼ਨਾ ਨੂੰ ਨਹੀਂ ਪੁਜਾ ਸਕਦਾ, ਸਬਰ ਸੰਤੋਖ ਹਰ ਕੋਈ ਨਹੀਂ ਲੈ ਸਕਦਾ। ਨਾਨਕ ਮਨ ਮੁੱਖਾਂ ਨਾਲੋਂ ਟੁੱਟੀ ਭਲੀ, ਜਿਨ ਮਾਇਆ ਮੋਹ ਪਿਆਰ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਇਹ ਜੇ ਬੇਮੁਖ ਪੁਰਸ਼ਾਂ ਦੇ ਪਾਸੋਂ ਤਾਂ ਪ੍ਰੀਤੀ ਟੁੱਟੀ ਹੋਈ ਹੀ ਚੰਗੀ ਹੈ, ਜਿਨ੍ਹਾਂ ਦਾ ਵਿਦਿਆ ਛਲ ਦੇ ਸਨੇਹ ਵਿੱਚ ਹੀ ਪ੍ਰੇਮ ਹੈ। ਇਹ ਜੇ ਮਨਮੁਖਾਂ ਤੋਂ ਪ੍ਰੀਤੀ ਟੁੱਟੀ ਭਲੀ ਹੈ। ਮਹੱਲਾ ਚੌਥਾ। ਜਿਨ੍ਹਾਂ ਅੰਦਰ ਦੂਜਾ ਪਾਉ ਹੈ, ਤਿਨਾ ਗੁਰਮੁਖ ਪ੍ਰੀਤ ਨ ਹੋਏ। ਜਿਨ੍ਹਾਂ ਦੇ ਹਿਰਦੇ ਵਿੱਚ ਦੂਜਾ ਭਾਵ ਦਵੈਤ ਭਾਵ ਹੈ, ਉਹਨਾਂ ਦੀ ਗੁਰਮੁਖਾਂ ਵਾਂਗ ਗੁਰਾਂ ਵਿੱਚ ਪ੍ਰੀਤੀ ਨਹੀਂ ਹੈ ਹੁੰਦੀ। ਉਹਨਾਂ ਦੀ ਮੁਖੀ ਗੁਰਾਂ ਵਿੱਚ ਪ੍ਰੀਤੀ ਨਹੀਂ ਹੁੰਦੀ, ਉਹਨਾਂ ਦੀ ਗੁਰਮੁਖਾਂ ਦੇ ਨਾਲ ਪ੍ਰੀਤੀ ਨਹੀਂ ਹੁੰਦੀ। ਉਹ ਆਵੇ ਜਾਏ ਪਵਾਈਐ, ਸੁਪਨੈ ਸੁਖ ਨ ਕੋਏ। ਉਹ ਪੁਰਸ਼ ਜੰਮਣ ਮਰਨ ਵਿੱਚ ਆਉਂਦੇ ਅਤੇ ਜਾਂਦੇ, ਜੂਨਾਂ ਵਿੱਚ ਫੇਰੇ ਜਾਂਦੇ ਹਨ। ਉਹਨਾਂ ਨੂੰ ਸੁਪਨੇ ਵਿੱਚ ਵੀ ਕੋਈ ਸੁੱਖ ਨਹੀਂ ਹੁੰਦਾ, ਸੰਸਾਰ ਰੂਪ ਸੁਪਨੇ ਵਿੱਚ ਕੋਈ ਸੁੱਖ ਪ੍ਰਾਪਤ ਨਹੀਂ ਹੁੰਦਾ। ਕੂੜ ਕਮਾਵੇ ਕੂੜ ਉਚਰੈ, ਕੂੜ ਲੱਗਿਆ ਕੂੜ ਹੋਏ। ਉਹ ਝੂਠੇ ਹੀ ਕਮਾਉਂਦੇ ਹਨ ਤੇ ਮੂੰਹ ਵੀ ਝੂਠ ਹੀ ਉਚਾਰਨ ਕਰਦੇ ਹਨ। ਝੂਠ ਵਿੱਚ ਲੱਗੇ ਹੋਣ ਕਰਕੇ ਉਹਨਾਂ ਨੂੰ ਝੂਠਾ ਹੀ ਫਲ ਪ੍ਰਾਪਤ ਹੁੰਦਾ ਹੈ ਅਤੇ ਉਹ ਅੰਤ ਨੂੰ ਝੂਠੇ ਹੋ ਜਾਂਦੇ ਹਨ। ਉਹਨਾਂ ਦਾ ਸਭ ਕੁਝ ਝੂਠਾ ਹੋ ਜਾਂਦਾ ਹੈ। ਮਾਇਆ ਮੋਹ ਸਭ ਦੁੱਖ ਹੈ, ਦੁੱਖ ਵਿਣਸੈ ਦੁੱਖ ਹੋਏ। ਮਾਇਆ ਛਲ ਰੂਪ ਦਾ ਸਨੇਹ, ਸਾਰਾ ਦੁੱਖ ਹੀ ਦੁੱਖ ਹੈ, ਸਾਰੇ ਦੁੱਖਾਂ ਦਾ ਕਾਰਨ ਹੈ। ਦੁੱਖ ਵਿੱਚ ਹੀ ਨਾਸ ਹੋ ਜਾਂਦੇ ਹਨ, ਦੁੱਖ ਵਿੱਚ ਹੀ ਰੋਂਦੇ ਹਨ। ਨਾਨਕ ਤਾਤ ਲਿਵੈ ਜੋੜ ਨਾ ਆਵਈ, ਜੇ ਲੋਚੈ ਸਭ ਕੋਏ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਹੜੇ ਮਾਇਆ ਦੀ ਧੌਣੀ ਵਿੱਚ ਲੱਗੇ ਹੋਏ ਹਨ ਅਤੇ ਜਿਹੜੇ ਗੁਰਮੁਖ ਜਨ ਪਰਮੇਸ਼ਰ ਵਿੱਚ ਬਿਰਤੀ ਜੋੜਨ ਵਾਲੇ ਹਨ, ਇਹਨਾਂ ਦਾ ਆਪਸ ਵਿੱਚ ਕਦੇ ਮਿਲਾਪ ਨਹੀਂ ਆਉਂਦਾ। ਜੇਕਰ ਸਾਰੇ ਕੋਈ ਮਿਲਾਪ ਕਰਾਉਣਾ ਹੋ ਚਾਹਣ ਵੀ ਤਾਂ ਵੀ ਮਿਲਾਪ ਨਹੀਂ ਹੁੰਦਾ। ਕਿਹਨਾਂ ਦਾ? ਜਿਹੜੇ ਮਨਮੁਖ ਹਨ, ਉਹਨਾਂ ਨਾਲ ਕਦੇ ਗੁਰਮੁਖਾਂ ਦਾ ਮਿਲਾਪ ਮੇਲ ਨਹੀਂ ਹੋ ਸਕਦਾ। ਭਗਤਾਂ ਤੈ ਸਹਿਸਾਰੀਆਂ ਜੋੜ ਕਦੇ ਨਾ ਆਇਆ। ਜਿਹੜੇ ਭਗਤ ਜਨ ਹਨ, ਉਹਨਾਂ ਦਾ ਸੰਸਾਰੀਆਂ ਦੇ ਨਾਲ ਕਦੇ ਜੋੜ ਨਹੀਂ ਹੋ ਸਕਦਾ, ਮਿਲਾਪ ਨਹੀਂ ਹੋ ਸਕਦਾ। ਜਿਨ ਕੋ ਪੋਤੈ ਪੁੰਨ ਪਿਆ, ਤਿਨਾ ਗੁਰ ਸਬਦੀ ਸੁਖ ਹੋਏ। ਜਿਨ੍ਹਾਂ ਤਾਈਂ ਹਿਰਦੇ ਰੂਪੀ ਖਜ਼ਾਨੇ ਵਿੱਚ ਪੋਤਾ ਦਾ ਭਾਵ ਹੈ ਖਜ਼ਾਨੇ ਵਿੱਚ ਸ੍ਰੇਸ਼ਟ ਕਰਮ ਪਿਆ ਹੋਇਆ ਹੈ, ਉਹਨਾਂ ਨੂੰ ਸਤਿਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਪੌੜੀ ਮਹੱਲਾ ਪੰਜਵਾ। ਨਾਨਕ ਵਿਚਾਰੈ ਸੰਤ ਮੁਨ ਜਨਾ, ਚਾਰ ਵੇਦ ਕਹੰਦੇ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਸ਼ਾਂਤ ਆਤਮਾ ਮਹਾਪੁਰਖ
ਮੰਨਣਸ਼ੀਲ ਮਹਾਤਮਾ ਭਗਤ ਜਨ ਇਹ ਵਿਚਾਰਦੇ ਹਨ ਅਤੇ 4 ਵੇਦ ਰਿਗਵੇਦ, ਸਾਮਵੇਦ, ਯਜੁਰਵੇਦ, ਅਥਰਵਣ ਵੇਦ ਵੀ ਇਹੋ ਗੱਲ ਕਹਿੰਦੇ ਹਨ ਕਿ ਭਗਤ ਮੁਖੇ ਤੇ ਬੋਲਦੇ ਸੇ ਵਚਨ ਹੋਵੰਦੇ। ਇਹ 4 ਵੇਦ ਵੀ ਇਹੋ ਗੱਲ ਕਹਿੰਦੇ ਹਨ ਕਿ ਜੋ ਵੀ ਪਰਮੇਸ਼ਰ ਦੇ ਸੇਵਕ ਭਗਤੀ ਕਰਨ ਵਾਲੇ ਜਨ ਆਪਣੇ ਮੂੰਹ ਤੋਂ ਉਚਾਰਦੇ ਹਨ, ਉਹ ਬਚਨ, ਉਹ ਵਾਕ ਪੂਰੇ ਹੁੰਦੇ ਹਨ। ਪ੍ਰਗਟ ਪਹਾੜੈ ਜਪਦੇ ਸਭ ਲੋਕ ਸੁਣਦੇ। ਉਹਨਾਂ ਦੇ ਬਚਨ ਸੰਸਾਰ ਦੇ ਪਸਾਰੇ ਵਿੱਚ ਪ੍ਰਗਟ ਪ੍ਰਤੱਖ ਹੀ ਜਾਣੇ ਜਾਂਦੇ ਹਨ। ਸਾਰੇ ਲੋਕ 14 ਲੋਕ ਵੀ ਇਸ ਗੱਲ ਨੂੰ ਸੁਣਦੇ ਹਨ। ਸੁਖ ਨ ਪਾਏ ਨ ਮੁਕਤ ਨਰ ਸੰਤ ਨਾਲ ਕਹਾਂਦੇ। ਜਿਹੜੇ ਮੂਰਖ ਪੁਰਸ਼ ਹਨ ਉਹ ਉੱਕਾ ਹੀ ਸੁਖ ਨੂੰ ਨਹੀਂ ਪਾਉਂਦੇ, ਕਿਉਂਕਿ ਉਹ ਸਾਧ ਆਤਮਾ ਮਹਾਂਪੁਰਖਾਂ ਦੇ ਨਾਲ ਸਾਥ ਈਰਖਾ ਕਰਦੇ ਰਹਿੰਦੇ ਹਨ, ਕਹਿੰਦੇ ਹਨ। ਓਏ ਲੋਚਨ ਉਨੈ ਗੁਣੈ ਨੋ ਓਏ ਅੰਕਾਰ ਸੜੰਦੇ। ਉਹ ਮਹਾਤਮਾ ਜਨ ਤਾਂ ਚਾਹੁੰਦੇ ਹਨ ਕਿ ਉਹਨਾਂ ਮੂਰਖਾਂ ਨੂੰ ਵੀ ਸ਼ੁਭ ਗੁਣ ਦੇਣਾ ਕਰੀਏ। ਉਹਨਾਂ ਮੂਰਖਾਂ ਵਿੱਚ ਵੀ ਖਿਮਾ, ਸ਼ਾਂਤੀ, ਦਇਆ, ਧਰਮ, ਧੀਰਜਤਾ, ਨਿਮਰਤਾ ਆਦਿ ਸ਼ੁਭ ਗੁਣ ਆ ਜਾਣ, ਪਰੰਤੂ ਉਹ ਮੂਰਖ ਪੁਰਸ਼ ਅਹੰਕਾਰ ਦੀ ਅੱਗ ਵਿੱਚ ਹੀ ਸੜਦੇ ਰਹਿੰਦੇ ਹਨ। ਓਏ ਵਿਚਾਰੇ ਕਿਆ ਕਰੈ ਤਾਂ ਭਾਗ ਤੁਰ ਮੰਦੇ। ਉਹ ਵਿਚਾਰੇ, ਉਹ ਦੀਨ ਮੂਰਖ ਪੁਰਸ਼ ਕੀ ਕਰ ਸਕਦੇ ਹਨ ਜਦੋਂ ਉਹਨਾਂ ਦੇ ਧੁਰੋਂ ਹੀ ਖੋਟੇ ਭਾਗ ਲੇਖ ਕਰਮ ਹਨ। ਜੋ ਮਾਰੇ ਤਿਨ ਪਾਰ ਬ੍ਰਹਮ ਸੇ ਕਿਸੈ ਨ ਸੰਦੇ। ਜਿਹੜੇ ਉਸ ਪਰਮੇਸ਼ਰ ਨੇ ਨਾਸ਼ ਕੀਤੇ ਹੋਏ ਹਨ ਉਹ ਕਿਸੇ ਗੁਰੂ ਪੀਰ ਦੇ ਨਹੀਂ ਹਨ। ਵੈਰ ਕਰਨ व ਨਿਰਵੈਰ ਨਾਲ ਧਰਮ ਨੇ ਆਏ ਪਚੰਦੇ। ਉਹ ਵੈਰ ਭਾਵ ਤੋਂ ਰਹਿਤ ਸੰਤਾਂ ਮਹਾਤਮਾ ਦੇ ਨਾਲ ਵਿਰੋਧ, ਦੁਸ਼ਮਣੀ ਕਰਦੇ ਹਨ, ਜਿਸ ਕਰਕੇ ਧਰਮ ਰਾਜੇ ਦੇ ਨਿਆਂ ਅਨੁਸਾਰ ਨਰਕਾਂ ਵਿੱਚ ਸਾੜੇ ਜਾਂਦੇ ਹਨ। ਜੋ ਜੋ ਸੰਤ ਸਰਾਪਿਆ ਸੇ ਫਿਰੈ ਪਵੰਦੇ। ਜਿਹੜੇ ਵੀ ਮਹਾਂਪੁਰਖਾਂ ਦੇ ਸਰਾਪੇ ਫਟਕਾਰੇ ਹੋਏ ਹਨ ਉਹ ਜੁਨਾਂ ਦੇ ਵਿੱਚ ਹੀ ਭਾਉਂਦੇ ਫਿਰਦੇ ਹਨ। ਪੀੜ ਮੁੰਡਾਹੂ ਕੱਟਿਆ ਤਿਸ ਡਾਲ ਸੁਕੰਦੇ। ਜਿਸ ਪ੍ਰਕਾਰ ਬਿਰਛ ਨੂੰ ਮੁੱਢ ਤੋਂ ਕੱਟ ਦਿੱਤਾ ਜਾਵੇ ਤਾਂ ਉਸ ਦੀਆਂ ਡਾਲੀਆਂ ਟਾਹਣੇ ਆਪਣੇ ਆਪ ਹੀ ਸੁੱਕ ਜਾਂਦੇ ਹਨ। ਇਸੇ ਪ੍ਰਕਾਰ ਜਿਸ ਦਾ ਪੁੰਨਾ ਰੂਪੀ ਰੁੱਖ ਮੁੱਢ ਤੋਂ ਕਰ ਦਿੱਤਾ ਗਿਆ ਉਸ ਦੇ ਲੋਕ ਪਰਲੋਕ ਦੇ ਸੁਖ ਰੂਪੀ ਟਾਹਣੇ ਆਪਣੇ ਆਪ ਸੁੱਕ ਜਾਂਦੇ ਹਨ। ਉਹ ਜਿਨ੍ਹਾਂ ਦਾ ਸਰਦਾ ਰੂਪੀ ਰੁੱਖ ਮੁੱਢ ਤੋਂ ਕੱਟਿਆ ਗਿਆ ਉਹਨਾਂ ਦੇ ਮੁਕਤੀ ਅਤੇ ਗਿਆਨ ਆਦਿਕ ਟਾਹਣੇ ਆਪਣੇ ਆਪ ਹੀ ਸੁੱਕ ਜਾਂਦੇ ਹਨ। ਸਰਦਾਵਾਨ ਲਭਤੇ ਗਿਆਨ। ਜੇ ਸਰਦਾ ਹੋਵੇ ਤਾਂ ਗਿਆਨ ਆਪਣੇ ਆਪ ਹੀ ਆ ਜਾਂਦਾ ਹੈ। ਸਰਦਾਵਾਨ ਲਭਤੇ ਗਿਆਨ। ਜੇ ਸਰਦਾ ਹੋਵੇਗੀ ਤਾਂ ਫਿਰ ਗਿਆਨ ਵੀ ਪ੍ਰਾਪਤ ਹੋ ਜਾਵੇਗਾ। ਜੇ ਸਰਦਾ ਨਹੀਂ ਤਾਂ ਫਿਰ ਗਿਆਨ ਵੀ ਪ੍ਰਾਪਤ ਨਹੀਂ ਹੋ ਸਕਦਾ। ਜਿਨ੍ਹਾਂ ਨੇ ਬਿਰਛ ਰੂਪੀ ਪਰਮੇਸ਼ਰ ਦੇ ਨਾਮ ਵੱਲੋਂ ਆਪਣੇ ਚਿੱਤ ਨੂੰ ਮੁੱਢ ਤੋਂ ਹੀ ਕੱਟ ਲਿਆ ਹੈ ਉਹਨਾਂ ਦੇ ਸਵਰਗ, ਵੈਕੁੰਠ ਲੋਕ, ਸਰੋਗ ਸਮੀਪ, ਯਸਾਯੁਜ ਆਦਿ ਸਾਰੇ ਸੁਖ ਰੂਪੀ ਟਾਹਣੇ ਸੁੱਕ ਜਾਂਦੇ ਹਨ। ਸ਼ਲੋਕ ਮਹੱਲਾ ਪੰਜਵਾ। ਗੁਰੂ ਨਾਨਕ ਹਰਿ ਨਾਮ ਦ੍ਰਿੜਾਇਆ ਪੰਨਨ ਕੜਨ ਸਮਰੱਥ। हे ਭਾਈ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ
परमेश्वर का नाम दृढ़ करवाया है। जो परमेश्वर संसार नूं नाश परलो करन वाला, पैदा करन वाला अते सर्वशक्तिमान है। औगुणां नूं भन्नण वाला ते शुभ गुणां नूं ज्ञान नूं उत्पन्न करन वाला समर्थ है। परमेश्वर का नाम उसने दृढ़ करवाया है। प्रभ सदा सलमालै मित्र तू, दुख सवाया लथ। हे मेरे सज्जणा, जेकर तू हमेशा ही परमेश्वर नूं गुरां दे उपदेश द्वारा याद करेगा तां तेरे जन्मां जन्मांतरां दा सारा ही कष्ट लै जावेगा। महला पंजवा, खुद आवंत न जाणई, लाज कुलाज तू बोला। जिमें खुदियावंत भाव भुख लगी वाला पुरुष, जिमें भुख लगी वाला पुरुष शर्म, खोटी शर्म, हया, खोटे वचना आदि नूं नहीं जानदा, भाव उन्हां दी परवाह नहीं करता। इसी प्रकार शर्म कुशर्म कबूला नूं दूर करके नानक मंगै नाम हर, कर कृपा संजोगा। सतगुरु जी कथन करते हैं कि इस प्रकार परमात्मा अगे बेनती करो कि हे परमेश्वर, असी आप दे नाम नूं मंगदे हां, कृपा दया करके साडे मन दा आप दे नाम नाल मिलाप कर दिओ, साडी बिरती नूं आप दे नाम नाल जोड़ना करो। पौड़ी, जिवे कर्म कमावंदा तिवे फल ते। जीव जिहो जे कर्मां नूं कमाउणा करदा है तिहो जिहा ही उसनूं फल प्राप्त हुंदे हन। ਚੱਬੇ ਤੱਤਾਲੂ ਸਾਰ ਵਿੱਚ ਸੰਗੈ ਪਲ ਤੇ। ਜੇਕਰ ਕੋਈ ਫੁਲਾਦ ਲੋਹਾ ਅਗਨ ਦੇ ਨਾਲ ਗਰਮ ਕਰਕੇ ਭਾਵ ਅੱਗ ਵਿੱਚ ਤਪਾਇਆ ਹੋਇਆ ਸੁੱਧ ਲੋਹਾ ਚੱਬ ਲਵੇ ਤਾਂ ਉਹ ਸੰਗ ਵਿੱਚ ਭਾਵ ਗਲੇ ਦੇ ਵਿੱਚ ਹੀ ਫਸ ਜਾਵੇਗਾ। ਭਾਵ ਪ੍ਰਸਾਦ ਵਾਂਗ ਖਾਦਾ ਨਹੀਂ ਜਾਵੇਗਾ, ਸਗੋਂ ਬਹੁਤ ਦੁੱਖ ਦੇਵੇਗਾ। ਇਸੇ ਪ੍ਰਕਾਰ ਜੋ ਨਿੰਦਿਆ ਰੂਪੀ ਸਾਰ ਲੋਹਾ ਅੱਗ ਦਾ ਤਪਾਇਆ ਹੋਇਆ ਚੱਬਦੇ ਹਨ, ਉਹ ਸੰਗ ਦੇ ਵਿੱਚ ਹੀ ਪਲਚੇਗਾ, ਅੰਤ ਨੂੰ ਨਰਕਾਂ ਦੇ ਵਿੱਚ ਸੜਦਾ ਰਹੇਗਾ। ਕਤ ਗਲਾਵਾਂ ਚਾਲਿਆ ਤਿਨ ਦੂਤ ਅਮਲ ਤੇ। ਪਰਮੇਸ਼ਰ ਦੇ ਹੁਕਮ ਦੁਆਰਾ ਜੀਵ ਦੇ ਅਮਲ ਕਰਮਾਂ ਅਨੁਸਾਰ ਉਹਨਾਂ ਤਾਈਂ ਜਮਦੂਤਾਂ ਨੇ ਗਲਾਵਾਂ ਭਾਵ ਗਲ ਬੰਧਨ ਭਾਵ ਫਾਹਾ ਪਾ ਕੇ ਪ੍ਰਲੋਕ ਦੇ ਰਸਤੇ ਵੱਲ ਚਲਾਵਾ ਕੀਤਾ ਹੈ। ਕਈ ਆਸਨ ਪੁੰਨੀਆਂ ਨਿਤ ਪਰਮਲ ਹਿਰਤੇ। ਉਹਨਾਂ ਸਾਗਤ ਪੁਰਸ਼ਾਂ ਦੀ ਕੋਈ ਵੀ ਲਾਲਸਾ ਪੂਰੀ ਨਹੀਂ ਹੁੰਦੀ, ਜਿਹੜੇ ਨਿਤਾ ਪ੍ਰਤੀ ਪਰਾਈ ਇਸਤਰੀ ਗਮਨ ਰੂਪ ਪਰਾਏ ਦੋਸਾਂ ਨੂੰ ਪਰਾਈ ਨਿੰਦਿਆ ਰੂਪੀ ਮੈਲ ਗੰਦਗੀ ਨੂੰ ਚੜਾਉਂਦੇ ਹਨ। ਕੀਆ ਨਾ ਜਾਣੈ ਕੀਰਤ ਕਾਣਾ ਵਿੱਚ ਜੋਨੀ ਫਿਰਤੇ। ਪਰਮੇਸ਼ਰ ਦਾ ਕੀਤਾ ਉਪਕਾਰ ਅਕਿਰਤ ਕਾਣ ਪੁਰਸ਼ ਐਸਾਨ ਫਰਾਮੋਸ਼ ਪੁਰਸ਼ ਨਹੀਂ ਜਾਣਦੇ, ਇਸ ਕਰਕੇ ਉਹ ਜੂਨਾਂ ਵਿੱਚ ਹੀ ਭਰਮਦੇ ਰਹਿੰਦੇ ਹਨ। ਸਭੇ ਤਿਰਾਂ ਕੁਤੀਅਸ ਹਿਰਲਈਅਸ ਤਰਤੇ। ਉਹਨਾਂ ਦੀਆਂ ਲੋਕ ਪਰਲੋਕ ਦੀਆਂ ਸਾਰੀਆਂ ਹੀ ਪੱਖ ਮੁੱਕ ਗਏ ਹਨ। ਉਹਨਾਂ ਦੇ ਤਾਈਂ ਧਰਤੀ ਤੋਂ ਖੋ ਲਿਆ ਜਾਂਦਾ ਹੈ, ਭਾਵ ਚੁੱਕ ਲਿਆ ਜਾਂਦਾ ਹੈ, ਮਾਰ ਦਿੱਤਾ ਜਾਂਦਾ ਹੈ। ਵਿਜਣਾ ਕਲੈਨਾ ਦੇਵਦਾ ਤਾਂ ਲਿਆ ਕਰਤੇ। ਉਹ ਐਸਾ ਮੰਦਾ ਪੁਰਸ਼ ਹੈ ਕਿ ਇੱਕ ਪਾਸੇ ਤਾਂ ਲੜਾਈ ਪਾ ਦੇਣੀ ਤੇ ਦੂਸਰੇ ਪਾਸੇ ਬੁੱਝਣ ਨਹੀਂ ਦਿੰਦਾ। ਤਾਂ ਹੀ ਕਰਤਾ ਪੁਰਖ ਪਰਮੇਸ਼ਰ ਨੇ ਉਸ ਨੂੰ ਮਾਰ ਲਿਆ। ਜੋ ਜੋ ਕਰਤੇ ਅੰਗ ਮੇਉ ਚੜ ਧਰਤੀ ਪੜਤੇ। ਜਿਹੜੇ ਪੁਰਸ਼ ਹੰਕਾਰ ਕਰਦੇ ਹਨ ਉਹ ਡਿੱਗ ਕੇ ਪ੍ਰਿਥਵੀ ਦੀਆਂ ਜੂਨਾਂ ਵਿੱਚ ਪੈਂਦੇ ਹਨ। ਸਲੋਕ ਮਹੱਲਾ ਤੀਜਾ।
ਗੁਰਮੁਖ ਗਿਆਨ ਵਿਵੇਕ ਬੁੱਧ ਹੋਏ। ਗੁਰਮੁਖਾਂ ਦੀ ਸੰਗਤ ਕਰਕੇ ਸਰੂਪ ਦਾ ਬੋਧ ਹੁੰਦਾ ਹੈ, ਆਤਮ ਵਸੈਣੀ ਬੁੱਧੀ ਪ੍ਰਾਪਤ ਹੁੰਦੀ ਹੈ। ਗੁਰਮੁਖ ਜਨਾਂ ਦੀ ਬੁੱਧੀ ਵਿੱਚ ਵਿਵੇਕ, ਦੋ ਤੋਂ ਇੱਕ ਭਾਵ ਜੀਵ ਅਤੇ ਈਸ਼ਵਰ ਦੋਵਾਂ ਨੂੰ ਅਦੈਵਤ ਬ੍ਰਹਮ ਵਿੱਚ ਅਭੇਦ ਕਰਨ ਦਾ ਗਿਆਨ ਹੁੰਦਾ ਹੈ। ਹਰ ਗੁਣ ਗਾਵੇ ਹਿਰਦੈ ਹਾਰ ਪਰੋਏ। ਜਿਹੜੇ ਹਰੀ ਦੇ ਸਿਫਤਾਂ ਤਾਂ ਹੀ ਗਾਉਂਦੇ ਹਨ, ਉਹ ਪਰਮੇਸ਼ਰ ਦੇ ਨਾਮ ਰੂਪੀ ਹਾਰ ਨੂੰ ਆਪਣੇ ਅੰਤਸ਼ਕਰਨ ਰੂਪੀ ਕੰਠ ਵਿੱਚ ਪਰੋ ਲੈਂਦੇ ਹਨ। ਪਵਿੱਤ ਪਾਵਨ ਪਰਮ ਵਿਚਾਰੀ, ਜੇ ਉਸ ਮਿਲੈ ਤਿਸ ਪਾਰ ਉਤਾਰੀ। ਉਹ ਸਰੀਰ ਕਰਕੇ ਪਵਿੱਤਰ ਹਨ, ਮਨ ਕਰਕੇ ਸ਼ੁੱਧ ਹਨ ਅਤੇ ਬੁੱਧੀ ਕਰਕੇ ਸਰੂਪ ਦੀ ਪ੍ਰਾਪਤੀ ਬਾਬਤ ਵੱਡੀ ਵਿਚਾਰ ਕਰਦੇ ਹਨ। ਪਵਿੱਤਰ ਗੁਰਾਂ ਦੇ ਪਾਵਨ ਉਪਦੇਸ਼ ਦੁਆਰਾ ਵੱਡੇ ਵਿਚਾਰਵਾਨ ਹੋਏ ਹਨ। ਜਿਹੜੇ ਉਹਨਾਂ ਨੂੰ ਮਿਲਦੇ ਹਨ, ਉਹ ਗੁਰਮੁਖ ਪੁਰਖ ਤਿਨਾਂ ਨੂੰ ਸੰਸਾਰ ਤੋਂ ਪਾਰ ਉਤਾਰ ਦਿੰਦੇ ਹਨ। ਅੰਤਰਹਾਰ ਨਾਮ ਬਾਸਨਾ ਸਮਾਣੀ, ਹਰ ਦਰ ਸੋਭਾ ਮਹਾ ਉੱਤਮ ਬਾਣੀ। ਜਿਨ੍ਹਾਂ ਦੇ ਅੰਦਰ ਹਰੀ ਦੇ ਨਾਮ ਦੀ ਸੁਗੰਧੀ ਸਮਾ ਗਈ ਹੈ, ਹਰੀ ਦੇ ਨਾਮ ਕਰਕੇ ਅੰਦਰੋਂ ਸੁੱਤ ਬਿੱਤ ਲੋਕ ਈਕਣਾ ਆਦ ਵਾਸਨਾਵਾਂ ਪਹਿਲੇ ਹੋ ਗਈਆਂ ਹਨ। ਉਹ ਗੁਰਮੁਖ ਜਨ ਹਰੀ ਦੇ ਦਰਗਾਹ ਵਿੱਚ, ਹਰੀ ਦੇ ਸੰਸਾਰ ਰੂਪੀ ਦਰਵਾਜ਼ੇ ਵਿੱਚ ਵਡਿਆਈ ਪਾਉਂਦੇ ਹਨ ਤੇ ਬਹੁਤ ਸ੍ਰੇਸ਼ਟ ਬਾਣੀ ਬੋਲਦੇ ਹਨ। ਉਹਨਾਂ ਦੇ ਮੁਖੋਂ ਜਸ ਰੂਪੀ ਬਾਣੀ ਉਚਾਰਨ ਹੁੰਦੀ ਹੈ। ਜੇ ਪੁਰਖ ਸੁਣੈ ਸੋ ਹੋਏ ਨਿਹਾਲ, ਨਾਨਕ ਸਤਿਗੁਰ ਮਿਲਿਆ ਪਾਇਆ ਨਾਮ ਤਨ ਮਾਲ। ਜਿਹੜਾ ਪੁਰਸ਼ ਉਹਨਾਂ ਪਾਸੋਂ ਬਚਨ ਸੁਣ ਲੈਂਦਾ ਹੈ, ਉਹ ਵੀ ਦੁੱਖਾਂ ਤੋਂ ਰਹਿਤ ਹੋ ਜਾਂਦਾ ਹੈ, ਪ੍ਰਸੰਨ ਹੋ ਜਾਂਦਾ ਹੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਗੁਰੂ ਸਾਹਿਬ ਜੀ ਨਾਲ ਮਿਲਣ ਕਰਕੇ ਪਰਮੇਸ਼ਰ ਦਾ ਨਾਮ ਰੂਪੀ ਧਨ ਸਰਵਣ ਮੰਨਣ ਹਾਥੀ ਘੋੜੇ ਆਦਿ ਗੁਣਾਂ ਨੂੰ ਪਾ ਲੈਂਦਾ ਹੈ। ਧਨਤਾ ਯੋਗ ਪਰਮੇਸ਼ਰ ਦੇ ਨਾਮ ਰੂਪੀ ਧਨ ਨਾਲ ਧਨ ਸੰਪਦਾ ਦੌਲਤ ਨੂੰ ਪਾ ਲੈਂਦਾ ਹੈ। ਮਹੱਲਾ ਚੌਥਾ। ਸਤਿਗੁਰ ਕੇ ਜੀ ਕੀ ਸਾਰ ਨ ਜਾਪੈ, ਕਿ ਪੂਰੈ ਸਤਿਗੁਰ ਭਾਵੈ। ਜਿਹੜਾ ਗੁਰੂ ਸਾਹਿਬ ਜੀ ਦੇ ਹਿਰਦੇ ਦੀ ਖਬਰ ਭਾਵ ਗੱਲ ਕਦਰ ਮੁੱਲ ਨੂੰ ਉੱਕਾ ਹੀ ਨਹੀਂ ਜਾਣਦਾ ਕਿ ਪੂਰਨ ਸਤਿਗੁਰੂ ਜੀ ਨੂੰ ਕੀ ਪਾਉਂਦਾ ਹੈ। ਗੁਰ ਸਿੱਖਾਂ ਅੰਦਰ ਸਤਿਗੁਰ ਵਰਤੈ, ਸੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੈ। ਗੁਰ ਸਿੱਖਾਂ ਦੇ ਹਿਰਦੇ ਵਿੱਚ ਆਪ ਸਤਿਗੁਰੂ ਗੁਰੂ ਸਾਹਿਬ ਜੀ ਵਰਤਦੇ ਹਨ। ਜਿਹੜਾ ਸਿੱਖਾਂ ਨੂੰ ਪ੍ਰੇਮ ਨਾਲ ਸੇਵਾ ਕਰਨ ਨੂੰ ਚਾਹੁੰਦਾ ਹੈ, ਉਸ ਉੱਪਰ ਗੁਰੂ ਜੀ ਦੀ ਪ੍ਰਸੰਨਤਾ ਆਉਂਦੀ ਹੈ। ਜੈਸਾ ਕਿ ਦਸਮ ਗ੍ਰੰਥ ਅੰਤਰ ਗੁਰੂ ਮਹਾਰਾਜ ਜੀ ਪ੍ਰਮਾਣ ਕਰਦੇ ਹਨ, ਸੇਵ ਕਰੀ ਇਨਹੀ ਕੀ ਭਾਵਤ, ਔਰ ਕੀ ਸੇਵ ਸੁਹਾਤ ਨ ਜੀ ਕੋ। दान देओ इन्हीं को भलो और आन को दान न लागत नीको। आगे फलै इन्हीं को दयो, जग में जस और दयो सब फीको। मोह ग्रह में तन ते मन ते सिर लौतन है, सब ही इन्हीं को। प्रेम नाल सेवा करनो चाहुंदा। सतगुर आकै सो कार कमावन, सो जप कमावै। गुर सिक्का की काल सच्चा थाए पावै। सो सतगुरु गुरु साहिब जी उपदेश कतर करते हैं। उस भगती रूपी काम नूं जिहड़े गुरसिख कमाउंदे हन ते जो गुरु जी जप करना दसदे हन, ਉਹ ਜਾਪ ਨੂੰ ਹੰਸ ਕਮਾਉਂਦੇ ਹਨ। ਉਹਨਾਂ ਗੁਰਸਿੱਖਾਂ ਦੀ ਕਮਾਈ ਨੂੰ ਸਤ ਸਰੂਪ ਅਕਾਲ ਪੁਰਖ ਲੇਖੇ ਪ੍ਰਵਾਨਗੀ ਵਿੱਚ ਪਾਉਂਦਾ ਹੈ। ਬਿਨ ਸਤਿਗੁਰ ਕੇ ਹੁਕਮੈ ਜੇ ਗੁਰਸਿੱਖਾਂ ਪਾਸੋਂ ਕੰਮ ਕਰਾਇਆ ਲੋੜੇ, ਤਿਸ ਗੁਰਸਿੱਖ ਫਿਰ ਜੋ ਨੇੜ ਨਾ ਆਵੈ। ਸਤਿਗੁਰੂ ਸਾਹਿਬ जी दे आग्या तो बिना जिहड़ा गुरसिक्खां दे कोलों देवी देवतियां दी पूजा कराउण रूप काम नूं कराउणा करदा है, चाहे
ਉਹਨਾਂ ਠੱਗਾ ਪੁਰਖਾਂ ਦੇ ਗੁਰੂ ਦੇ ਸਿੱਖ ਮੁੜ ਕੇ ਪਾਸ ਨਹੀਂ ਆਉਂਦੇ। ਗੁਰ ਸਤਿਗੁਰ ਅੱਗੇ ਕੋ ਜੀਉ ਲਾਏ ਘਾਲੈ, ਤਿਸੇ ਅੱਗੇ ਗੁਰ ਸਿੱਖ ਕਾਰ ਕਮਾਵੈ। ਪੂਜਨਿਕ ਗੁਰੂ ਸਾਹਿਬ ਜੀ ਦੇ ਸਾਹਮਣੇ ਜਿਹੜਾ ਕੋਈ ਦਿਲ ਲਗਾ ਕੇ ਘਾਲਣਾ ਕਮਾਈ ਸੇਵਾ ਕਰਦਾ ਹੈ, ਉਸ ਦੇ ਅੱਗੇ ਗੁਰੂ ਦੇ ਸਿੱਖ ਕਰਨ ਯੋਗ ਕੰਮ ਨੂੰ ਕਮਾਉਂਦੇ ਕਰਦੇ ਹਨ। ਜੇ ਠੱਗੀ ਆਵੇ ਠੱਗੀ ਉੱਠ ਜਾਏ, ਤਿਸ ਨੇੜੇ ਗੁਰਸਿੱਖ ਮੂਲ ਨਾ ਆਵੇ। ਮਹਾਰਾਜ ਕਹਿੰਦੇ ਜਿਹੜਾ ਠੱਗ ਪੁਣੇ ਵਿੱਚ ਆਉਂਦਾ ਹੈ ਤੇ ਠੱਗ ਪੁਣੇ ਵਿੱਚ ਹੀ ਉੱਠ ਕਰਕੇ ਚਲਿਆ ਜਾਂਦਾ ਹੈ, ਉਸ ਠੱਗੀ ਮਾਰਨ ਵਾਲੇ ਦੇ ਕੋਲ ਗੁਰੂ ਦਾ ਸਿੱਖ ਕਦਾਚਿਤ ਉੱਕਾ ਹੀ ਨਹੀਂ ਆਉਂਦਾ। ਬ੍ਰਹਮ ਵਿਚਾਰ ਨਾਨਕ ਆਖ ਸੁਣਾਵੈ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਹੇ ਗੁਰਸਿੱਖੋ, ਇਹ ਅਕਾਲ ਪੁਰਖ ਵਾਹਿਗੁਰੂ ਦੀ ਵਿਚਾਰ ਤੁਹਾਨੂੰ ਕਹਿ ਕੇ ਸੁਣਾਉਂਦੇ ਹਾਂ। ਬ੍ਰਹਮ ਦੀ ਪ੍ਰਾਪਤੀ ਦਾ ਵਿਚਾਰ ਤੁਹਾਨੂੰ ਕਹਿ ਕਰਕੇ ਸੁਣਾਇਆ ਹੈ। ਜੇ ਬਿਨ ਸਤਿਗੁਰ ਕੇ ਮਨ ਮੰਨੇ ਕੰਮ ਕਰਾਏ, ਸੋ ਜੰਤ ਮਹਾ ਦੁਖ ਪਾਵੈ। ਜਿਹੜਾ ਗੁਰੂ ਸਾਹਿਬ ਜੀ ਦੇ ਚਿੱਤ ਮੰਨੇ ਤੋਂ ਬਿਨਾ ਗੁਰੂ ਦੇ ਸਿੱਖਾਂ ਕੋਲ ਮਨਮਤ ਦੇ ਕੰਮ ਕਰਾਉਣਾ ਚਾਹੁੰਦਾ ਹੈ, ਉਹ ਪ੍ਰਾਣੀ ਬਹੁਤ ਭਾਰੀ ਕਸ਼ਟ ਦੁੱਖ ਨੂੰ ਪਾਉਂਦਾ ਹੈ। ਪੌੜੀ ਤੂੰ ਸੱਚਾ ਸਾਹਿਬ ਅਤ ਵੱਡਾ, ਤੂੰ ਹੈ ਜੀਵੜ ਤੂੰ ਬਲ ਵੱਡੇ। हे ਅਕਾਲ ਪੁਰਖ ਤੂੰ ਤਲੈ ਕਾਲ ਆਵਾਜ਼ ਰੂਪ ਹੈ, ਮਾਇਆ ਬਿਰਤੀ ਦੁਆਰਾ ਸਾਰਿਆਂ ਦਾ ਮਾਲਕ ਹੈ ਅਤੇ ਤਿੰਨਾਂ ਗੁਣਾਂ ਤੋਂ ਅਤੀਤ ਹੋਣ ਤੇ ਅਤਿਅੰਤ ਵੱਡਾ ਹੈ। हे ਪਰਮੇਸ਼ਰ ਵੱਡਿਆਂ ਤੋਂ ਹੀ ਵੀ ਵੱਡਾ ਹੈ, ਤੇਰੇ ਜੇਤਾ ਤੂੰ ਹੀ ਹੈ। ਵੱਡੇ 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 ਜੋ ਬ੍ਰਹਮਾ ਵਿਸ਼ਨੂੰ ਮਹੇਸ਼ ਹਿਰਨ ਗਰਭ ਵਿਰਾਟ ਵਿਕਾਸ ਆਦਿਕ ਜੋ ਵੱਡੇ ਮੰਨੇ ਹਨ, ਪਰੰਤੂ हे ਮਹਾਰਾਜ ਤੇਰੇ ਜਿੱਡਾ ਵੱਡਾ ਤਾਂ ਤੂੰ ਹੀ ਹੈ। ਜਿਸ ਤੂੰ ਮਿਲੈ ਸੋ ਤੁਧ ਮਿਲੈ, ਤੂੰ ਆਪੇ ਬਖਸ਼ ਲਏ ਲੇਖਾ ਛੱਡੇ। हे ਮਹਾਰਾਜ ਜਿਸ ਦੇ ਤਾਈ ਤੂੰ ਮੇਲਣਾ ਕਰਦਾ ਹੈ, ਉਹ ਹੀ ਗੁਰਾਂ ਦੁਆਰਾ ਤੇਰੇ ਨਾਮ ਜਪ ਕੇ ਤੇਰੇ ਵਿੱਚ ਮਿਲ ਜਾਂਦਾ ਹੈ। ਤੂੰ ਆਪ ਹੀ ਸਤਿਗੁਰੂ ਰੂਪ ਹੋ ਕੇ ਉਸ ਦੇ ਸਾਰਿਆਂ ਗੁਣਾਂ ਨੂੰ ਬਖਸ਼ ਲੈਂਦਾ ਹੈ ਅਤੇ ਉਸ ਦਾ ਜੰਮਣ ਮਰਨ ਦਾ ਹਿਸਾਬ ਕਿਤਾਬ ਛੱਡ ਕਰਕੇ ਬਖਸ਼ ਲੈਂਦਾ ਹੈ। ਤੂੰ ਆਪ ਹੀ ਉਸ ਦਾ ਲਿਖਿਆ ਨੂੰ ਛੱਡ ਕਰਕੇ ਬਖਸ਼ ਲੈਂਦਾ ਹੈ। ਜਿਸਨੂੰ ਤੂੰ ਆਪ ਮਿਲਾਈਂਦਾ, ਸੋ ਸਤਿਗੁਰ ਸੇਵੀ ਮਨ ਗੱਡ ਗੱਡੇ। हे ਮਹਾਰਾਜ ਜਿਨ੍ਹਾਂ ਨੂੰ ਤੂੰ ਆਪ ਆਪੇ ਗੁਰਾਂ ਦੇ ਸ਼ਬਦ ਦੁਆਰਾ ਮਿਲਾਉਂਦਾ ਹੈ, ਉਹ ਪੁਰਖ ਗੁਰੂ ਸਾਹਿਬ ਜੀ ਦੀ ਸੇਵਾ ਹਿਰਦੇ ਨੂੰ ਪ੍ਰੇਮ ਨਾਲ ਗੱਡ ਕੇ ਮਿਲਾਪ ਕਰਕੇ ਕਰਦੇ ਹਨ। ਮਨ ਨੂੰ ਗੱਡ ਗੱਡ ਕੇ ਟਿਕਾ ਟਿਕਾ ਕੇ ਪਰਮੇਸ਼ਰ ਦੇ ਸਰੂਪ ਵਿੱਚ ਇਸਤਤ ਕਰਕੇ ਗੁਰੂ ਜੀ ਨੂੰ ਸੇਵਦੇ ਹਨ। ਨਿਸ਼ਚੈ ਕਰਕੇ ਵਿਚਾਰ ਦੇ ਨਾਲ ਇਸਤਤ ਹੋ ਕੇ ਮਨ ਨੂੰ ਵਾਸਨਾ ਵੱਲੋਂ ਮੇਟ ਕੇ ਸਰੀਰ ਨੂੰ ਸੇਵਾ ਵਿੱਚ ਗੱਡ ਕੇ ਉਸ ਦਾ ਸੇਵਨ ਕਰਦੇ ਹਨ। ਤੂੰ ਸੱਚਾ ਸਾਹਿਬ ਸੱਚ ਤੂੰ, ਸਭ ਜੀਉ ਪਿੰਡ ਚਮ ਤੇਰਾ ਹੱਟੇ। हे ਵਾਹਿਗੁਰੂ ਤੂੰ ਪਿੱਛੇ ਵੀ ਸੱਚਾ ਮਾਲਕ ਸੀ ਤੇ ਹੁਣ ਵੀ ਵਰਤਮਾਨ ਸਮੇਂ ਵਿੱਚ ਵੀ ਤੂੰ ਹੀ ਸੱਚਾ ਸਰੂਪ ਹੈ ਅਤੇ ਜਿਹੜੇ ਸਾਰੇ ਜੀਵਾਂ ਨੂੰ ਸਰੀਰ ਸੂਖਮ ਸਰੀਰ ਦਿੱਤੇ ਹੋਏ ਹਨ ਅਤੇ ਸਥੂਲ ਸਰੀਰ ਚਮੜੀ ਹੱਡੀਆਂ ਆਦਿਕ ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ। ਜੀਵ ਦੇ ਸਰੀਰ ਵਿੱਚ ਜੋ ਤੁਚਾ ਅਤੇ ਹੱਡੀਆਂ ਮੰਨੀਆਂ ਹਨ, ਇਹ ਵਾਹਿਗੁਰੂ ਤੇਰੀਆਂ ਹੀ ਦਿੱਤੀਆਂ ਹੋਈਆਂ ਹਨ। ਸਤਿਯੁਗ ਵਿੱਚ ਪ੍ਰਾਣ ਹੱਡਾਂ ਵਿੱਚ ਹੁੰਦੇ ਸੀ, ਜਿਨ੍ਹਾਂ ਚਿਰ ਤੱਕ ਹੱਡ ਨਾ ਲਗਲਦੇ ਆਦਮੀ ਨਹੀਂ ਮਰਦਾ ਸੀ। ਤ੍ਰੇਤੇ ਵਿੱਚ ਨਾੜੀਆਂ 'ਚ ਪ੍ਰਾਣ ਹੁੰਦੇ ਸੀ, ਜਿਨ੍ਹਾਂ ਚਿਰ ਨਾੜੀਆਂ ਇਕੱਠੀਆਂ ਰਹਿੰਦੀਆਂ ਤਾਂ ਪ੍ਰਾਣ ਇਕੱਠੇ ਰਹਿੰਦੇ। ਦੁਆਪਰ ਵਿੱਚ ਮਾਸ ਪ੍ਰਾਣ ਹੁੰਦੇ ਸੀ ਤੇ ਕਲਯੁਗ ਵਿੱਚ ਅੰਨ 'ਚ ਪ੍ਰਾਣ ਹਨ। ਜੇਕਰ ਅੰਨ ਨਾ ਮਿਲੇ ਤਾਂ ਪ੍ਰਾਣਾਂ ਤੇ ਬਣ ਆਉਂਦੀ ਹੈ। ਇਹ ਸਾਰੇ ਜੀਵਾਂ ਨੂੰ ਚੰਮ ਪਿੰਡ ਹੱਡ ਆਦਿਕ ਸਾਰੇ ਯੁਗਾਂ ਵਿੱਚ ਤੇਰੇ ਹੀ ਦਿੱਤੇ ਹੋਏ ਹਨ। ਜੋ ਪਾਵੈ ਤਿਉ ਰੱਖ ਤੂੰ ਸੱਚਿਆ, ਨਾਨਕ ਮਨ ਆਸ ਤੇਰੀ ਵੱਡ ਵੱਡੇ। हे ਸੱਚੇ ਪਾਤਸ਼ਾਹ ਜਿਵੇਂ ਆਪ ਜੀ ਨੂੰ ਪਾਉਂਦਾ ਹੈ ਤਿਵੇਂ ਹੀ ਸਾਡੀ ਰੱਖਿਆ ਕਰ।
सतगुरु जी कथन करते हैं कि हे ਵੱਡਿਆਂ ਤੋਂ ਵੱਡੇ परमेश्वर साडे हिरदे विच एक तुहाडी ही उम्मीद है, तुहाडी ही उम्मीद है। शुद्ध सतगुरु जी बाणी शुद्ध करके लिखी है, कोई भी इस उपर कलम ना चुके, शुद्ध विचार कहोगे तो फिर शुद्ध स्वरूप की प्राप्ति होगी। आओ जी आप जी ने बाणी की व्याख्या श्रवण की। बाणी की व्याख्या करदे होया विचार करदे होया एक अनेकों प्रकार दियां भुल्लां त्रुटियां हो जांदियां हन। साध संगत ते गुरु महाराज बख्शने हो गया, बख्श लेना जी। सो जे प्रेम पाना है तो उस परमात्मा दे नाल पाना करो, ये सच्चा प्रेम करना है। जे कोई काम करना है तो उसनू मन ला के करो, काम चंगा होवे माड़ा ना होवे। क्योंकि कई लोग तो मन ला के चुगलियां भी बहुत करते हैं, ईर्खा भी बहुत करते हैं, वो भी मन ला के होंदी है। क्योंकि उन्होंने स्वाद आता है ईर्खा चुगली करन च, किसी की बुराई करन च बड़ा आनंद बनता है उन्होंने, क्योंकि उन्होंने बिरती यहो जी है। और जिहड़े गुरमुख जन हैं वो केवल ते केवल परमात्मा के नाम की सिफत सलाह करते, वो किसी की चुगली नहीं करते, वो निंदिया नहीं करते, केवल ते केवल परमात्मा के नाम नूं जपदे हैं। तो आओ है जी बिरती बनाइए कि केवल परमात्मा के नाम तो बगैर किसी होर नाम दा होर दा नाम ना जपीए। आओ इन्हीं बेनतियां प्रवान। वाहिगुरू जी का खालसा वाहिगुरू जी की फतेह। श्लोक पवन गुरु पाणी पिता माता तरत दिवस रात दोए दाई दाया खिल सगल चंगियाइयां बुराइयां बच धर्म धर्मी आपो जिन्ने नाम त्याया गए मशक्कत नानक ते मुखे उजले खेती छुट्टी। जिन्ने नाम त्याया गए मशक्कत नानक ते मुखे उजले खेती छुट्टी। वाहिगुरू जी का खालसा वाहिगुरू जी की फतेह।